एवरीवन वेलकम और वेलकम बैक टू माय चैनल। आज का अपना टॉपिक है सोशियोलॉजी दे सोशल थिंकर हरबर्ट स्पेंसर। सो बहुत ही इंपॉर्टेंट थिंकर ने ये ਜਿਹੜੇ ਵੀ ਵਿਦਿਆਰਥੀਆਂ ਨੇ सोशियोलॉजी ऑप्ट करी हुई है BSM 5 ਦੇ ਵਿੱਚ ਨੇ ਚਾਹੇ ਉਹ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਨੇ। ਸੋ ਥਿੰਕਰਸ ਵਾਲਾ ਜਿਹੜਾ ਸਿਲੇਬਸ ਹੈ ਉਹ ਜ਼ਰੂਰ ਹੁੰਦਾ ਹੈ। ਸੋ ਥਿੰਕਰਸ ਆਪਾਂ 1 ਬਾय 1 ਕਵਰ ਕਰ ਰਹੇ ਹਾਂ। ਔਗਸਟ ਕੌਮਟੇ ਹੋ ਗਏ ਤੇ ਨਾਲ ਹੀ ਜਾਰਜ ਹਰਬਰਟ ਮੀਡ ਦੀਆਂ ਥਿਊਰੀਜ਼ ਵੀ ਮੈਂ ਪਾ ਦਿੱਤੀਆਂ ਨੇ। ਇਹ ਥਰਡ ਥਿੰਕਰ ਆਪਾਂ ਕਰ ਰਹੇ ਹਾਂ ਤੇ ਨਾਲ ਹੀ ਦੋਸਤੋ ਹੋਰ ਵੀ ਕਾਫੀ ਸਾਰਾ ਕੰਟੈਂਟ ਮੇਰੇ ਚੈਨਲ ਤੇ ਅਵੇਲੇਬਲ ਆ। ਸੋ ਚੈੱਕਆਊਟ ਕਰਨਾ ਨਾ ਭੁੱਲਿਓ। ਪਲੇਲਿਸਟ ਆਲਰੇਡੀ ਬਣੀ ਹੋਈ ਹੈ। ਸੈਮ 1 ਅਤੇ ਸੈਮ 3 ਦਾ ਕੰਟੈਂਟ ਥੋੜਾ ਜਿਹਾ ਨੀਚੇ ਸਕਰੋਲ ਕਰੋਗੇ ਤਾਂ ਤੁਹਾਨੂੰ ਬਲਿੰਕ ਹੋ ਜਾਊਗਾ ਅਤੇ ਨਾਲ ਹੀ ਸਿਲੇਬਸ ਪੈਟਰਨ PDFs ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਅਤੇ ਨਾਲ ਹੀ ਜਿਹੜਾ ਹੈਗਾ ਟੀਚਿੰਗ ਵੀਡੀਓ ਸਾਰੇ ਹੀ ਆਲਮੋਸਟ ਸਬਜੈਕਟਸ ਹੀ ਮੇਰੇ ਚੈਨਲ ਤੇ ਅਵੇਲੇਬਲ ਹੈ। ਇੱਕ ਪਲੇਟਫਾਰਮ ਤੇ ਕਾਫੀ ਸਾਰਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲੇਗਾ। ਹੈਂਡ ਰਿਟਨ ਨੋਟਸ ਮੈਂ ਪ੍ਰੋਵਾਈਡ ਕਰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਹਰਬਰਟ ਸਪੈਂਸਰ। ਸੋ ਹਰਬਰਟ ਸਪੈਂਸਰ ਜਿਹੜੇ ਨੇ ਵੈਸੇ ਤਾਂ ਇਹ ਔਗਸਟ ਕੌਮਟੇ ਤੋਂ ਬਾਅਦ ਦੇ ਵਿੱਚ ਦੇ ਥਿੰਕਰ ਨੇ, ਲੇਕਿਨ ਆਪਾਂ ਪਹਿਲਾਂ ਜਾਰਜ ਹਰਬਰਟ ਮੀਡ ਕਰਵਾਤੇ ਸੀ ਬਿਕੋਜ਼ ਬਹੁਤ ਸਾਰੀਆਂ ਬੁੱਕਸ ਦੇ ਵਿੱਚ ਜਾਰਜ ਹਰਬਰਟ ਮੀਡ ਦਾ ਕੰਟੈਂਟ ਹੀ ਨਹੀਂ ਹੈ। ਠੀਕ ਹੈ, ਤਾਂ ਔਗਸਟ ਕੌਮਟੇ ਤੋਂ ਬਾਅਦ ਸੈਕਿੰਡ ਵਾਲੇ ਥਿੰਕਰ ਨੇ ਆਪਣੇ ਹਰਬਰਟ ਸਪੈਂਸਰ। ਹਰਬਰਟ ਸਪੈਂਸਰ ਨੇ ਉਹ ਕੰਮ ਕੀਤਾ ਜਿਹੜਾ ਔਗਸਟ ਕੌਮਟੇ ਦਾ ਅਧੂਰਾ ਰਹਿ ਗਿਆ ਸੀ। ਉਹਨਾਂ ਨੇ ਕੀ ਕੀਤਾ, ਇੱਕ ਪਿਕਚਰ ਡਰਾ ਕਰਕੇ ਦੇਤੀ ਲੇਕਿਨ ਰੰਗ ਕਿਸਨੇ ਭਰੇ, ਸਪੈਂਸਰ ਨੇ। ਠੀਕ ਹੈ, ਸੋ ਜਿਹੜੀ ਵੀ ਥਿਊਰੀ ਸੀ ਉਹਨਾਂ ਦੀ ਥਿਊਰੀ ਜਿਹੜੀ ਸੀਗੀ ਹਰਬਰਟ ਸਪੈਂਸਰ ਦੀ ਔਗਸਟ ਕੌਮਟੇ ਦੀ ਥਿਊਰੀਆਂ ਵਰਗੀ ਹੀ ਸੀ। ਉਹਨਾਂ ਨੇ सोशियोलॉजी ਨੂੰ ਜਿਹੜਾ ਸੀਗਾ ਰੰਗ ਭਰਨ ਦਾ ਇਹਦੇ ਵਿੱਚ ਕੰਮ ਕੀਤਾ ਤੇ ਫਰਸਟ ਬੁੱਕ ਵੀ ਲਿਖੀ सोशियोलॉजी ਦੇ ਉੱਪਰ। ਤਾਂ ਲਾਈਫ ਸਕੈਚ ਜਿਹੜਾ ਹੈ ਇਹਨਾਂ ਦਾ ਜਨਮ ਇੰਗਲੈਂਡ ਦੇ ਡਰਬੀ ਨਾਮ ਦੇ ਸਥਾਨ ਤੇ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੋਇਆ ਸੀ 17 ਅਪ੍ਰੈਲ 1820 ਨੂੰ। ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਬਰਥ ਡੇਟਸ ਨੇ, ਸੋ ਕਨਫਿਊਜ਼ ਨਾ ਹੋਇਆ ਕਰੋ। ਜਿਹੜੀ ਵੀ ਤੁਹਾਨੂੰ ਡੇਟ ਤੁਹਾਡੀ ਬੁੱਕ ਦੇ ਵਿੱਚ ਹੈ ਉਹ ਤੁਸੀਂ ਲਿਖ ਸਕਦੇ ਹੋ। ਵੈਸੇ ਜਿਹੜਾ ਮੋਸਟਲੀ ਬੁੱਕਸ ਦੇ ਵਿੱਚ 17 ਅਪ੍ਰੈਲ 1820 ਹੈ। ਮਾਤਾ ਪਿਤਾ ਦੀ ਆਰਥਿਕ ਹਾਲਤ ਵਧੀਆ ਨਹੀਂ ਸੀ। ਉਸਦੇ ਪਿਤਾ ਜੀ ਜਿਹੜੇ ਸੀਗੇ ਸਕੂਲ ਟੀਚਰ ਸੀ, ਰੈਡੀਕਲ ਵਿਚਾਰਾਂ ਦੇ ਸੀ। ਰੈਡੀਕਲ ਵਿਚਾਰ ਹੁੰਦੇ ਨੇ ਕਿ ਜਿਹੜੇ ਮਤਲਬ ਕਿ ਕਿਸੇ ਚੀਜ਼ ਦਾ ਅਪੋਜ਼ ਜਲਦੀ ਕਰਦੇ ਨੇ। ਠੀਕ ਹੈ, ਤਾਂ ਰੈਡੀਕਲ ਵਿਚਾਰਾਂ ਦੇ ਸੀ, ਤਾਂ ਕਰਕੇ ਹਰਬਰਟ ਦੀ ਪੜ੍ਹਾਈ ਤੇ ਵੀ ਅਸਰ ਪਿਆ ਬਿਕੋਜ਼ ਸਕੂਲਾਂ ਨੇ ਐਡਮਿਸ਼ਨ ਦੇਣੀ ਬੰਦ ਕਰਤੀ ਕਿਉਂਕਿ ਇਹਦੇ ਪਾਪਾ ਜਿਹੜੇ ਸੀਗੇ ਸਕੂਲ ਟੀਚਰ ਵੀ ਸੀ ਲੇਕਿਨ ਫਿਰ ਵੀ ਜਿਹੜਾ ਹੈ ਰੈਡੀਕਲ ਵਿਚਾਰਾਂ ਦੇ ਸੀ, ਤਾਂ ਕਰਕੇ ਇਹਨੂੰ ਐਡਮਿਸ਼ਨ ਹੀ ਮਿਲੀ ਕਿਤੇ ਤੇ ਘਰੇ ਹੀ ਇਹਨੂੰ ਪੜ੍ਹਾਇਆ ਗਿਆ। ਬਾਅਦ ਦੇ ਵਿੱਚ ਕੀ ਹੋਇਆ, ਸਪੈਂਸਰ ਨੂੰ ਆਕਸਫੋਰਡ ਕੈਂਬਰਿਜ ਵਰਗੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਵੀ ਨਹੀਂ ਦਿੱਤਾ ਗਿਆ ਕਿਉਂਕਿ ਇਹ ਜਿਹੜੇ ਨੇ ਤਕਰੀਬਨ ਘਰ ਦੇ ਵਿੱਚ ਪੜ੍ਹੇ ਨੇ। ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ 'ਚ ਗਏ ਤਾਂ ਜਿਹੜਾ ਹੈ ਉਹਨਾਂ ਦਾ ਦਾਖਲਾ ਨਹੀਂ ਹੋਇਆ। ਬੇਸਿਕ ਐਜੂਕੇਸ਼ਨ ਜਿਹੜੀ ਮੁੱਢਲੀ ਸਿੱਖਿਆ ਹੈਗੀ ਹੈ ਨਾ ਉਹ ਘਰ 'ਚ ਹੀ ਹੋਈ। ਪਰ ਫਿਰ ਜਿਹੜਾ ਸੀਗਾ ਹੁਣ ਘਰਦਿਆਂ ਨੂੰ ਇਹ ਹੋ ਗਿਆ ਕਿ ਹੁਣ ਪੜ੍ਹਾਉਣਾ ਤਾਂ ਹੈਗਾ ਮੁੰਡਾ, ਤਾਂ ਉਹਨਾਂ ਨੇ ਕੀ ਕੀਤਾ, ਇਹਨੂੰ ਅੰਕਲ ਕੋਲੇ ਭੇਜਤਾ। ਇਹ ਅੰਕਲ ਕੋਲੇ ਗਏ ਨੇ ਤੇ ਫਿਲਾਸਫੀ ਅਤੇ ਕੁਦਰਤੀ ਵਿਗਿਆਨ ਜਿਹੜੇ ਨੈਚੁਰਲ ਸਾਇੰਸਿਸ ਹੈ ਉਹਨਾਂ 'ਚ ਪੜ੍ਹਾਈ ਕੀਤੀ। ਫਿਲਾਸਫੀ ਯਾਨੀ ਕਿ ਫਲਸਫੇ ਅਤੇ ਨੈਚੁਰਲ ਸਾਇੰਸਿਸ ਯਾਨੀ ਕਿ ਕੁਦਰਤੀ ਵਿਗਿਆਨਾਂ 'ਚ ਇਹਨਾਂ ਨੇ ਪੜ੍ਹਾਈ ਕੀਤੀ। ਇਹਨਾਂ ਦਾ ਜਿਹੜਾ ਧਿਆਨ ਸੀਗਾ ਉਹ ਫਿਲਾਸਫੀ ਤੇ ਕੁਦਰਤੀ ਵਿਗਿਆਨਾਂ ਦੇ ਵਿੱਚ ਸੀ। ਜਿਵੇਂ ਕਿ ਔਗਸਟ ਕੌਮਟੇ ਦਾ ਸੀਗਾ ਮੈਥ ਸਾਇੰਸ ਦੇ ਵਿੱਚ, ਉਵੇਂ ਹੀ ਇਹਨਾਂ ਦਾ ਨੈਚੁਰਲ ਵਿਗਿਆਨਾਂ ਦੇ ਵਿੱਚ ਜਿਹੜਾ ਸੀਗਾ ਇੰਟਰਸਟ ਸੀ। 16ਵੇਂ ਸਾਲ ਵਿੱਚ ਉਹਨਾਂ ਨੇ ਮੈਥਸ ਅਤੇ ਨੈਚੁਰਲ ਸਾਇੰਸ ਵਿੱਚ ਮੁਹਾਰਤ ਹਾਸਲ ਕਰ ਲਈ। ਬਹੁਤ ਹੀ ਜ਼ਿਆਦਾ ਪੜ੍ਹਨ 'ਚ ਤੇਜ਼ ਸੀ। ਉਸ ਤੋਂ ਬਾਅਦ 1837 ਦੇ ਵਿੱਚ ਲੰਡਨ ਦੇ ਬਰਮਿੰਗਮ ਰੇਲ ਰੋਡ ਵਿੱਚ ਇਹਨਾਂ ਨੇ ਕੀ ਕੀਤਾ, ਇੰਜੀਨੀਅਰ ਲੱਗ ਗਏ। ਠੀਕ ਹੈ, ਇਹਨਾਂ ਨੂੰ ਜੋਬ ਮਿਲ ਗਈ ਬਿਕੋਜ਼ ਸਟੱਡੀ ਇਹਨਾਂ ਦੀ ਹੋ ਗਈ ਸੀ। ਤਾਂ 1837 ਵਿੱਚ ਲੰਡਨ ਦੇ ਬਰਮਿੰਗਮ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਜੋਬ ਲੱਗ ਗਈ ਇੰਜੀਨੀਅਰਿੰਗ ਦੇ ਵਿੱਚ। ਬਟ ਮਨ ਨਹੀਂ ਲੱਗਿਆ ਕਿਉਂਕਿ ਮਨ ਕਿਤੇ ਸੀ ਕਿ ਮੈਂ ਕੁਝ ਜਿਹੜਾ ਹੈ ਥਿੰਕਿੰਗ ਵਾਲੀ ਚੀਜ਼ ਕਰਨੀ ਹੈ ਨਾ, ਤੇ ਮੈਂ 9 ਤੋਂ 5 ਵਾਲੀ ਜੋਬ ਨਹੀਂ ਕਰਨੀ। ਸੋ ਉਹਨਾਂ ਦਾ ਮਨ ਨਹੀਂ ਲੱਗਿਆ। 1841 ਦੇ ਵਿੱਚ ਘਰ ਵਾਪਸ ਆਏ। ਉਹਨਾਂ ਦੀ ਰੁਚੀ ਕਿਸ 'ਚ ਸੀ, ਰਾਜਨੀਤਿਕ ਯਾਨੀ ਕਿ ਪੋਲੀਟੀਕਲ ਚੀਜ਼ਾਂ, ਸਮਾਜਿਕ ਚੀਜ਼ਾਂ, ਸਮਾਜਿਕ ਵਿਸ਼ਿਆਂ ਦੇ ਵੱਲ ਇਹਨਾਂ ਦੇ ਵੱਲ। ਠੀਕ ਹੈ, ਇਹਨਾਂ ਦਾ ਵਿਸ਼ਿਆਂ ਦੇ ਵੱਲ ਇਹਨਾਂ ਦਾ ਜਿਹੜਾ ਝੁਕਾਅ ਸੀ ਉਹ ਬਹੁਤ ਜ਼ਿਆਦਾ ਸੀ। ਠੀਕ ਹੈ, ਰਾਜਨੀਤਿਕ ਅਤੇ ਸਮਾਜਿਕ ਵਿਸ਼ੇ ਯਾਨੀ ਕਿ ਪੋਲੀਟੀਕਲ ਤੇ ਸੋਸ਼ਲ ਸਬਜੈਕਟਸ ਦੇ ਵੱਲ ਉਹਨਾਂ ਨੇ ਇਹਨਾਂ ਦੇ ਉੱਤੇ ਲਿਖਣਾ ਸਟਾਰਟ ਕੀਤਾ। ਹੁਣ ਇਹਨਾਂ ਦੇ ਪਾਪਾ ਵੀ ਜਿਹੜੇ ਸੀਗੇ ਉਹ ਰੈਡੀਕਲ ਵਿਚਾਰਾਂ ਦੇ ਸੀ, ਥੋੜ੍ਹੇ ਬਹੁਤੇ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਸਰਗਰਮ ਰਹਿੰਦੇ ਸੀ। ਤਾਂ ਉਹੀ ਜਿਹੜਾ ਸੀਗਾ ਨਾ ਇਹਨਾਂ ਦੇ ਵਿੱਚ ਵੀ ਜਿਹੜੇ ਸੀਗੇ ਗੁਣ ਆ ਗਏ ਸੀ। ਤਾਂ ਜਦੋਂ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਤਾਂ 1848 ਦੇ ਵਿੱਚ ਲੰਡਨ ਦਾ ਮਸ਼ਹੂਰ ਮੈਗਜ਼ੀਨ ਹੈ ਦਾ ਇਕਨੋਮਿਸਟ ਵਿੱਚ ਉਹਨਾਂ ਨੇ ਕੋ-ਐਡੀਟਰ ਬਣ ਗਏ, ਉਪ ਸੰਪਾਦਕ ਬਣ ਗਏ। ਉਸ ਤੋਂ ਬਾਅਦ ਇੱਕ ਲਿਖਤਾਂ ਇਹ ਲਿਖਦੇ ਗਏ ਤੇ ਆਰਥਿਕ ਪੱਖੋਂ ਥੋੜੇ ਜਿਹੇ ਸੁਖਾਲੇ ਹੋ ਗਏ ਕਿਉਂਕਿ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਸੀ। ਹੁਣ ਜਦੋਂ ਲਿਖਣ ਲੱਗ ਗਏ, ਜੋਬ ਮਿਲ ਗਈ ਤਾਂ ਲੋਕ ਇਹਨਾਂ ਨੂੰ ਪੈਸੇ ਦੇ ਕੇ ਵੀ ਲਿਖਵਾਉਣਾ ਸਟਾਰਟ ਕਰਤਾ, ਤਾਂ ਆਰਥਿਕ ਪੱਖੋਂ ਦੀ ਉਹ ਥੋੜੇ ਠੀਕ ਹੋ ਗਏ। ਆਖਰੀ ਦਮ ਤੱਕ ਉਹ ਕੰਮ ਕਰਦੇ ਰਹੇ, ਮਤਲਬ ਲਿਖਣ ਪੜ੍ਹਨ ਦਾ। ਤਾਂ ਲਿਖਣ ਪੜ੍ਹਨ ਦਾ ਕੰਮ ਅਤੇ ਸ਼ੌਂਕ ਉਹਨਾਂ ਨੇ ਪੂਰਾ ਕੀਤਾ। ਬਹੁਤ ਸੋਹਣਾ ਲਿਖਦੇ ਸੀਗੇ ਜਿਹੜੇ ਸਪੈਂਸਰ ਸੀ।
ਉਹ ਮੈਥਸ ਅਤੇ ਨੈਚੁਰਲ ਸਾਇੰਸਿਸ ਦੇ ਵਿੱਚ ਵੀ ਹੁਨਰਵਾਨ ਸੀਗੇ। ਦੇਖੋ ਮੈਥ ਸਾਇੰਸਿਸ ਦੇ ਵਿੱਚ ਵੀ ਪਰਫੈਕਟ, ਅਤੇ ਜਿਹੜੇ ਸੋਸ਼ਲ ਸਬਜੈਕਟ ਨੇ, ਪੋਲੀਟੀਕਲ ਸਬਜੈਕਟ ਨੇ, ਉਹਨਾਂ ਵਿੱਚ ਵੀ ਪਰਫੈਕਟ। ਪਰ ਪੋਲੀਟੀਕਲ, ਸੋਸ਼ੋਲੋਜੀ, ਸਾਈਕੋਲੋਜੀ, ਬਾਇਓਲੋਜੀ, ਐਥਿਕਸ, ਫਿਲਾਸਫੀ ਵਰਗੇ ਵਿਸ਼ਿਆਂ ਦੇ ਉੱਤੇ ਵੀ ਇਹਨਾਂ ਨੇ ਲਿਖਿਆ। ਦੇਖੋ ਮੈਥ ਸਾਇੰਸ ਬੈਕਗਰਾਊਂਡ ਦਾ ਬੱਚਾ ਪੋਲੀਟੀਕਲ ਬਾਰੇ ਲਿਖ ਰਿਹਾ, ਸੋਸ਼ੋਲੋਜੀ ਬਾਰੇ, ਸਾਈਕੋ ਬਾਰੇ ਲਿਖ ਰਿਹਾ, ਬਾਇਓਲੋਜੀ ਬਾਰੇ ਲਿਖ ਰਿਹਾ, ਐਥਿਕਸ ਤੇ ਲਿਖ ਰਿਹਾ, ਫਿਲਾਸਫੀ ਬਾਰੇ ਲਿਖ ਰਿਹਾ, ਠੀਕ ਹੈ। ਕੁਦਰਤੀ ਵਿਗਿਆਨਾਂ ਅਤੇ ਸਮਾਜਿਕ ਵਿਗਿਆਨਾਂ ਨੂੰ ਉਸਨੇ ਇੱਕ ਲੜੀ 'ਚ ਪਰੋਣਾ ਚਾਹਿਆ। ਹੁਣ ਦੇਖੋ ਕਿਉਂਕਿ ਉਹਦੀ ਬੈਕਗਰਾਊਂਡ ਮੈਥ ਸਾਇੰਸ ਦੇ ਵਿੱਚ ਸੀ, ਤਾਂ ਉਹਨੇ ਕਿਹਾ ਕਿ ਜਿਵੇਂ ਕੁਦਰਤੀ ਵਿਗਿਆਨ ਨੇ ਅਤੇ ਸਮਾਜਿਕ ਵਿਗਿਆਨ ਨੇ, ਦੋਨਾਂ ਨੂੰ ਇੱਕੋ ਲੜੀ ਦੇ ਵਿੱਚ ਜਿਹੜਾ ਹੈ ਪਰੋਣਾ ਚਾਹੀਦਾ, ਜੋ ਕੰਮ ਜਿਹੜਾ ਸੀ ਔਗਸਟ ਕੌਮਤੇ ਵੀ ਸੋਚ ਰਿਹਾ ਸੀ, ਠੀਕ ਹੈ। ਸੋ ਉਸ ਦੇ ਅਨੁਸਾਰ, ਹੁਣ ਸਪੈਂਸਰ ਦੇ ਅਨੁਸਾਰ ਕੀ ਹੈ, ਆਰਗੈਨਿਕ ਯਾਨੀ ਕਿ ਸੰਜੀਵ ਚੀਜ਼ਾਂ, ਇਨਆਰਗੈਨਿਕ ਮਤਲਬ ਅਜੀਬ ਚੀਜ਼ਾਂ, ਠੀਕ ਹੈ, ਨਿਰਜੀਵ ਅਜੀਬ ਚੀਜ਼ਾਂ। ਤਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਅਸਲ ਵਿੱਚ ਕਹਿੰਦੇ ਸਾਂਝੀਆਂ ਨੇ। ਆਰਗੈਨਿਕ ਤੇ ਇਨਆਰਗੈਨਿਕ ਚੀਜ਼ਾਂ ਸਾਂਝੀਆਂ ਨੇ, ਇੱਕੋ ਜਿਹੀਆਂ ਨੇ, ਇਹਨਾਂ ਨੂੰ ਸਮਝਣਾ ਜ਼ਰੂਰੀ ਹੈ। ਉਹਨਾਂ ਨੇ ਜੈਵਿਕ ਕਰਮ ਵਿਕਾਸਵਾਦ ਦਾ ਸਿਧਾਂਤ ਦਿੱਤਾ, ਠੀਕ ਹੈ। ਮਤਲਬ ਉਹਨਾਂ ਨੇ ਐਵੋਲਿਊਸ਼ਨ ਦੀ ਥਿਊਰੀ ਦਿੱਤੀ, ਲਾ ਆਫ ਐਵੋਲਿਊਸ਼ਨ ਥਿਊਰੀ। ਤਾਂ ਉਹਨਾਂ ਨੇ ਦੱਸਿਆ ਕਿ ਮਨੁੱਖ ਸਮਾਜ ਵਿੱਚ ਕਿਵੇਂ ਸਿੰਪਲ ਤੋਂ ਕੰਪਲੈਕਸ ਦੇ ਵਿੱਚ ਆਉਂਦਾ ਹੈ, ਹੋਮੋਜੀਨੀਅਸ ਤੋਂ ਹੈਟਰੋਜੀਨੀਅਸ ਯਾਨੀ ਕਿ ਸਮਰੂਪ ਤੋਂ ਅਸਮਰੂਪ ਬਣਿਆ। ਤਾਂ ਕਹਿਣ ਦਾ ਮਤਲਬ ਹੈ, ਇਹ ਕਹਿੰਦੇ ਵੀ ਪਹਿਲਾਂ ਸਮਾਜ ਜਿਹੜਾ ਸੀਗਾ ਸਿੰਪਲ ਸੀ, ਹੌਲੀ ਹੌਲੀ ਇਹਦੇ ਵਿੱਚ ਜਿਹੜੀ ਹੈ ਜਟਿਲਤਾ ਆਈ ਗਈ। ਪਹਿਲਾਂ ਕੀ ਸੀ, ਮਨੁੱਖ ਨੰਗਾ ਘੁੰਮਦਾ ਸੀਗਾ, ਠੀਕ ਹੈ, ਅਰਲੀ ਮੈਨ ਸੀਗਾ, ਆਦੀ ਮਾਨਵ ਨੰਗਾ ਘੁੰਮਦਾ ਸੀ, ਉਹਦੀਆਂ ਨੀਡਸ ਬਹੁਤ ਘੱਟ ਸੀ, ਸਿੰਪਲ ਸੁਸਾਇਟੀ ਸੀ, ਸਿੰਪਲ ਵੇ ਨਾਲ ਰਹਿੰਦਾ ਸੀ। ਹੁਣ ਜਿਉਂ ਮੋਡਰਨਾਈਜੇਸ਼ਨ ਆ ਰਹੀ ਹੈ, ਤਰੱਕੀ ਕਰ ਰਹੇ ਆ, ਹੈ ਨਾ, ਕਾਫੀ ਸਾਰੀਆਂ ਸਟੇਜਾਂ ਤੋਂ ਨਿਕਲ ਕੇ, ਇੱਦਾਂ ਨਹੀਂ ਹੈ ਕਿ ਕੁਝ ਸਾਲ ਪੁਰਾਣੀ ਗੱਲ ਹੈ, ਨਹੀਂ, ਬਹੁਤ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਹੈ। ਤਾਂ ਪਹਿਲਾਂ ਸਿੰਪਲ ਸੁਸਾਇਟੀ ਹੁੰਦੀ ਸੀ, ਫਿਰ ਹੰਟਰਸ ਗੈਦਰਰਸ ਆ ਗਏ, ਹੈ ਨਾ, ਨੋਮੈਡਿਕ, ਫਿਰ ਉਸ ਤੋਂ ਬਾਅਦ 'ਚ ਜਿਹੜਾ ਹੈ ਪ੍ਰੀਮਿਟਿਵ, ਫਿਰ ਉਸ ਤੋਂ ਬਾਅਦ 'ਚ ਜਿਹੜਾ ਮਤਲਬ ਐਵੇਂ ਜਿਹੜੀ ਹੈਗੀ ਸੁਸਾਇਟੀ ਚੱਲੀ ਹੈ, ਠੀਕ ਹੈ, ਵੱਖ-ਵੱਖ ਕੰਡੀਸ਼ਨਸ ਦੇ ਵਿੱਚੋਂ। ਤਾਂ ਸਿੰਪਲ ਤੋਂ ਕੰਪਲੈਕਸ ਵਾਲੀ ਸਟੇਜ 'ਚ ਆਈ। ਹੋਮੋਜੀਨੀਅਸ ਦਾ ਮਤਲਬ ਪਹਿਲਾਂ ਜਿਹੜੇ ਸੀਗੇ ਲੋਕ ਇੱਕੋ ਜਿਹੇ ਸੀਗੇ, ਬੇਸਿਕ ਜਿਹੀਆਂ ਨੀਡ ਸੀ। ਹੁਣ ਕੀ ਆ ਆਪਾਂ, ਹੈਟਰੋਜੀਨੀਅਸ ਮਤਲਬ ਅਸਮਰੂਪ, ਮਤਲਬ ਇੱਕ ਦੂਜੇ ਨਾਲ ਬਿਲਕੁਲ ਵੀ ਮੈਚ ਨਹੀਂ ਕਰਦੇ। ਕੋਈ ਚੀਜ਼ ਮੈਚ ਕਰ ਜੇ ਉਹ ਅਲੱਗ ਹੈ, ਥਿੰਕਿੰਗ ਨੀਡਸ ਜਿਹੜੀਆਂ ਨੇ ਸਾਡੀਆਂ ਉਹ ਬਿਲਕੁਲ ਡਿਫਰੈਂਟ ਨੇ, ਡਿਜ਼ਾਇਰ ਜਿਹੜੀਆਂ ਨੇ ਬਿਲਕੁਲ ਡਿਫਰੈਂਟ ਹੈ। ਤਾਂ ਸਿੰਪਲ ਤੋਂ ਕੰਪਲੈਕਸ, ਹੋਮੋਜੀਨੀਅਸ ਤੋਂ ਹੈਟਰੋਜੀਨੀਅਸ ਅਸੀਂ ਕਿੱਦਾਂ ਬਣਿਆ। ਤਾਂ ਇੱਕ ਕਰਮ ਵਿਕਾਸਵਾਦ ਦਾ ਇਹਨਾਂ ਨੇ ਸਿਧਾਂਤ ਦਿੱਤਾ, ਲਾ ਆਫ ਐਵੋਲਿਊਸ਼ਨਰੀ ਥਿਊਰੀ। ਤਾਂ ਸਮਾਜ ਕਹਿੰਦੇ ਅਨਡਿਫਰੈਂਸ਼ੀਏਟਡ ਹੈ। ਤੋਂ ਡਿਫਰੈਂਸ਼ੀਏਟਡ ਵਿੱਚ ਕਿਉਂ, ਅਨਡਿਫਰੈਂਸ਼ੀਏਟਡ ਮਤਲਬ ਜਿਹਦੇ ਵਿੱਚ ਭੇਦ ਬਿਲਕੁਲ ਨਹੀਂ ਹੈ। ਤਾਂ ਪਹਿਲਾਂ ਵਾਲੀ ਸੁਸਾਇਟੀ 'ਚ ਬਿਲਕੁਲ ਭੇਦ ਨਹੀਂ ਸੀ, ਸਾਰੇ ਇੱਕੋ ਜਿਹੇ ਸੀ। ਹੁਣ ਕੀ ਹੋ ਗਿਆ, ਵਿਭੇਦੀਕਰਨ ਯਾਨੀ ਕਿ ਡਿਫਰੈਂਸ਼ੀਏਸ਼ਨ। ਤਾਂ ਹੁਣ ਇਹ ਕਹਿੰਦੇ ਕਿਉਂ ਹੈ, ਪਹਿਲਾਂ ਸਿੰਪਲ ਸੁਸਾਇਟੀ ਸੀ, ਹੁਣ ਕੰਪਲੈਕਸ ਤੱਕ ਆ ਗਏ, ਹੋਮੋਜੀਨੀਅਸ ਸੀ, ਹੈਟਰੋਜੀਨੀਅਸ ਹੋ ਗਏ, ਅਨਡਿਫਰੈਂਸ਼ੀਏਸ਼ਨ ਸੀ, ਹੁਣ ਡਿਫਰੈਂਸ਼ੀਏਸ਼ਨ ਹੈ। ਇਹ ਕਿਉਂ ਹੈ, ਇਹ ਸਾਰੀਆਂ ਚੀਜ਼ਾਂ ਕਿਵੇਂ ਹੋਈਆਂ, ਸਮਾਜ ਕਿਵੇਂ ਬਣਿਆ। ਤਾਂ ਕਹਿਣ ਦਾ ਮਤਲਬ ਅੱਗੇ ਆਨਸਰ ਵੀ ਦੇਣਗੇ, ਠੀਕ ਹੈ। ਤਾਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਬੁੱਕਸ, ਸੋਸ਼ਲ ਸਟੈਟਿਕਸ ਬੁੱਕ ਲਿਖੀ ਹੈ 1850 ਦੇ ਵਿੱਚ, ਸਿੰਥੈਟਿਕ ਫਿਲਾਸਫੀ ਲਿਖੀ ਹੈ 1860 ਵਿੱਚ, ਪ੍ਰਿੰਸੀਪਲਸ ਆਫ ਬਾਇਓਲੋਜੀ, ਬਿਕੋਜ਼ ਸਾਇੰਸ ਦੇ ਵੀ ਵਿਦਿਆਰਥੀ ਸੀ ਨਾ, ਤਾਂ ਇਹਨਾਂ ਨੇ ਬੁੱਕ ਲਿਖੀ ਹੈ। ਤੁਸੀਂ ਜਿਹੜਾ ਹੈ ਈਅਰ ਯਾਦ ਰੱਖ ਸਕਦੇ ਹੋ ਅਗਰ ਤੁਸੀਂ ਲਿਖਣਾ ਚਾਹੁੰਦੇ ਹੋ, ਅਦਰਵਾਈਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋ। ਤਾਂ ਪ੍ਰਿੰਸੀਪਲ ਆਫ ਸਾਈਕੋਲੋਜੀ, ਪ੍ਰਿੰਸੀਪਲ ਆਫ ਸੋਸ਼ੋਲੋਜੀ, ਪ੍ਰਿੰਸੀਪਲਸ ਆਫ ਐਥਿਕਸ, ਤਾਂ ਇਹਨਾਂ ਨੇ ਇਹ ਸਾਰੀਆਂ ਬੁੱਕਸ ਲਿਖੀਆਂ ਨੇ। ਤਾਂ ਇਹ ਜਿਹੜੀ ਹੈਗੀ ਇੱਕ ਵਾਰ ਕ੍ਰਾਸ ਚੈੱਕ ਕਰ ਲਿਓ, ਬਿਕੋਜ਼ ਜਿਹੜੇ ਈਅਰਸ ਨੇ ਬਾਕੀ ਸਾਰੀਆਂ ਬੁੱਕਸ ਦੇ ਵਿੱਚ ਅਲੱਗ-ਅਲੱਗ ਹੁੰਦੇ ਨੇ, ਠੀਕ ਹੈ। ਸੋ ਇਹ ਕਈ ਵਾਰ ਮਿਸਟੇਕ ਹੋ ਜਾਂਦੀ ਆ, ਬਟ ਬੁੱਕਸ ਇਹਨਾਂ ਦੀਆਂ ਸੇਮ ਨੇ, ਈਅਰ ਜਿਹੜੇ ਨੇ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਹੋ ਸਕਦੇ ਨੇ, ਕਨਫਿਊਜ਼ ਨਹੀਂ ਹੋਣਾ। ਤਾਂ ਜੋ ਕੌਮਤੇ ਨੇ ਸ਼ੁਰੂ ਕੀਤਾ ਸੀ ਕੰਮ, ਉਹਦੇ ਵਿੱਚ ਰੰਗ ਭਰੇ, ਮਤਲਬ ਡਰਾ ਕੀਤਾ ਕੌਮਤੇ ਨੇ, ਲੇਕਿਨ ਪੇਂਟਿੰਗ ਕੀਤੀ ਸਪੈਂਸਰ ਨੇ। ਸੋਸ਼ੋਲੋਜੀ ਦੀ ਬੁੱਕ ਸਭ ਤੋਂ ਪਹਿਲਾਂ ਸਪੈਂਸਰ ਨੇ ਲਿਖੀ, ਦ ਪ੍ਰਿੰਸੀਪਲ ਆਫ ਸੋਸ਼ੋਲੋਜੀ। ਤਾਂ ਹੁਣ ਜਿਹੜਾ ਹੈ ਆਪਾਂ ਪਿੱਛੇ ਕਰ ਰਹੇ ਸੀ ਕਿ ਲਾ ਆਫ ਐਵੋਲਿਊਸ਼ਨਰੀ ਥਿਊਰੀ ਦਿੱਤੀ ਹੈ। ਲਾ ਆਫ ਐਵੋਲਿਊਸ਼ਨ ਇਹਨਾਂ ਨੇ ਦੱਸਿਆ, ਇਹਨਾਂ ਨੇ ਕਿਹਾ ਵੀ ਪਹਿਲਾਂ ਆਪਾਂ ਹੋਮੋਜੀਨੀਅਸ ਸੀਗੇ, ਹੁਣ ਹੈਟਰੋਜੀਨੀਅਸ ਆ। ਪਹਿਲਾਂ ਅਸੀਂ ਸਿੰਪਲ ਸੁਸਾਇਟੀ 'ਚ ਸੀ, ਸਧਾਰਨ ਜਿਹੇ ਲੋਕ ਸੀ, ਹੁਣ ਕੀ ਹੈਗੇ ਆ ਅਸੀਂ ਕੰਪਲੈਕਸ ਪੀਪਲ ਆ, ਕੰਪਲੈਕਸ ਸੁਸਾਇਟੀ ਆ ਗਏ। ਤਾਂ ਇਹ ਕਿੱਦਾਂ ਹੋਇਆ, ਪਹਿਲਾਂ ਅਨਡਿਫਰੈਂਸ਼ੀਏਸ਼ਨ ਸੀ, ਮਤਲਬ ਕੋਈ ਵੀ ਭਿੰਨਤਾ ਨਹੀਂ ਸੀ, ਹੁਣ ਕੀ ਹੈਗੀ ਹੈ ਡਿਫਰੈਂਸ਼ੀਏਸ਼ਨ, ਮਤਲਬ ਅਸੀਂ ਇੱਕ ਦੂਸਰੇ ਤੋਂ ਅਲੱਗ-ਅਲੱਗ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਕਿਵੇਂ ਆਈਆਂ, ਇਹ 1 ਸਾਲ ਦਾ 2 ਸਾਲ ਦਾ ਈਅਰਸ ਦਾ ਕੰਮ ਨਹੀਂ ਹੈ, ਬਹੁਤ ਟਾਈਮ ਲੱਗਿਆ, ਬਹੁਤ ਸਾਰੇ ਸਟੇਜਿਸ ਤੋਂ ਆਪਾਂ ਨਿਕਲ ਕੇ ਗਏ ਹਾਂ, ਠੀਕ ਹੈ। ਤਾਂ ਸਪੈਂਸਰ ਦਾ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਨੀਂਹ ਪੱਥਰ ਜਿਹੜਾ ਬੇਸ ਵਾਲਾ ਕੰਮ ਹੈ ਉਹ ਹੈ ਕਰਮ ਵਿਕਾਸ, ਲਾ ਆਫ ਐਵੋਲਿਊਸ਼ਨ। ਤਾਂ ਜੀਵ ਵਿਗਿਆਨ ਦਾ ਮਹੱਤਵਪੂਰਨ ਸਿਧਾਂਤ ਚਾਰਲਸ ਡਾਰਵਿਨ ਨੇ ਕਰਮ ਵਿਕਾਸ ਦਾ ਦਿੱਤਾ ਸੀ। ਹੁਣ ਸਪੈਂਸਰ ਦੀ ਥਿਊਰੀ ਡਾਰਵਿਨਵਾਦ ਤੋਂ ਹੈ। ਤਾਂ ਇਹਨਾਂ ਨੇ ਚਾਰਲਸ ਡਾਰਵਿਨ ਦੀ ਥਿਊਰੀ ਕਿਉਂਕਿ ਪ੍ਰਭਾਵਿਤ ਸੀ, ਕਿਉਂਕਿ ਸਾਇੰਸ ਦੇ ਸਟੂਡੈਂਟ ਸੀ, ਤਾਂ ਉਹ ਡਾਰਵਿਨ ਦੀ ਥਿਊਰੀ ਤੋਂ ਪ੍ਰਭਾਵਿਤ ਸੀ। ਚਾਰਲਸ ਡਾਰਵਿਨ ਕੀ ਲਿਖਦਾ ਸੀ ਕਿ
ਹਰੇਕ ਜਿਹੜੀ ਆਪਣੀ ਚੀਜ਼ ਹੈਗੀ ਹੈ ਬਾਇਓਲੋਜੀ ਦੇ ਵਿੱਚ, ਉਹ ਕੀ ਹੈ, ਐਵੋਲਿਊਸ਼ਨਰੀ ਥਿਊਰੀ ਚੋਂ ਗੁਜ਼ਰਦੀ ਹੈ। ਪਹਿਲਾਂ ਜਿਵੇਂ ਸੈੱਲ ਹੁੰਦਾ ਹੈ, ਸੈੱਲ ਫਿਰ ਡਿਵੈਲਪ ਹੁੰਦਾ ਹੈ, ਫਿਰ ਉਸਦੇ ਅੰਗ ਨਿਕਲਦੇ ਨੇ, ਫਿਰ ਅਲੱਗ-ਅਲੱਗ ਕੰਮ ਕਰਦੇ ਆ। ਤਾਂ ਐਦਾਂ ਹੀ ਸਰੀਰ ਦਾ ਵੀ ਸਟਰਕਚਰ ਹੈ ਕਿ ਭਿੰਨ-ਭਿੰਨ ਸੈੱਲ ਨੇ, ਅਲੱਗ-ਅਲੱਗ ਕੰਮ ਕਰਦੇ ਨੇ, ਅਤੇ ਸਰੀਰ ਜਿਹੜਾ ਹੈ ਕਿਸੇ ਵੀ ਅੰਗ ਤੋਂ ਬਿਨਾਂ ਨਹੀਂ ਰਹਿ ਸਕਦਾ। ਤਾਂ ਨਿੱਕੇ ਜਿਹੇ ਸੈੱਲ ਤੋਂ ਜਿਹੜਾ ਹੈ ਹੌਲੀ-ਹੌਲੀ ਡਿਵੈਲਪਮੈਂਟ ਹੋ ਕੇ ਜਿਹੜੀ ਹੈ ਵੱਖ-ਵੱਖ ਸਟੇਜਸ ਦੇ ਵਿੱਚ ਜਿਹੜਾ ਹੈਗਾ ਸਰੀਰ ਬਣਦਾ। ਤਾਂ ਡਾਰਵਿਨ ਨੇ ਇਹ ਕਿਹਾ ਸੀ। ਤਾਂ ਡਾਰਵਿਨ ਦੇ ਸਰੀਰ ਦੇ ਜਿਹੜਾ ਬਾਇਓਲੋਜੀ ਦਾ ਉਹਨੇ ਸਿਧਾਂਤ ਦਿੱਤਾ, ਡਾਰਵਿਨ ਨੇ ਜਿਹੜਾ ਇਸਨੇ ਸਿਧਾਂਤ ਦਿੱਤਾ, ਉਸੇ ਦੇ ਸਿਧਾਂਤ ਦੇ ਉੱਤੇ ਸਪੈਂਸਰ ਨੇ ਸੇਮ ਟੂ ਸੇਮ ਸਮਾਜ ਦਾ ਵੀ ਸਿਧਾਂਤ ਦਿੱਤਾ ਕਿ ਜਿਵੇਂ ਡਾਰਵਿਨ ਦਾ ਜੀਵ ਵਿਗਿਆਨ ਦਾ ਸਿਧਾਂਤ ਹੈ, ਉਵੇਂ ਹੀ ਸਮਾਜ ਵੀ ਜਿਹੜਾ ਹੈ ਐਵੋਲਿਊਸ਼ਨ ਕਰਦਾ ਹੈ ਵੱਖ-ਵੱਖ ਸਟੇਜਸ ਦੇ ਵਿੱਚੋਂ। ਠੀਕ ਹੈ। ਤਾਂ ਡਾਰਵਿਨ ਨੇ ਆਪਣੀ ਬੁੱਕ ਲਿਖੀ ਸੀ ਓਰੀਜਨ ਆਫ ਸਪੀਸੀਜ਼। ਇਹ ਬੁੱਕ ਦੇ ਵਿੱਚ ਇਸਨੇ ਡਾਰਵਿਨ ਨੇ ਸਿਧਾਂਤ ਦਿੱਤਾ ਸੀ ਕਿ ਜੀਵ ਵਿਗਿਆਨ ਦਾ ਮਹੱਤਵਪੂਰਨ ਸਿਧਾਂਤ ਜਿਹੜਾ ਹੈ ਕਰਮ ਵਿਕਾਸ ਹੈ। ਕਰਮ ਦੇ ਵਿੱਚੋਂ ਨਿਕਲਦੇ ਨੇ ਇਹ, ਮਤਲਬ ਵਿਕਾਸ ਹੁੰਦਾ ਹੌਲੀ ਹੌਲੀ। ਤੇ ਸਪੈਂਸਰ ਦਾ ਸਿਧਾਂਤ ਉਸੇ ਦੇ ਉੱਤੇ ਆਧਾਰਿਤ ਸੀਗਾ। ਠੀਕ ਹੈ। ਜੋ ਡਾਰਵਿਨ ਨੇ ਕਿਹਾ, ਉਹਨੇ ਕਿਹਾ ਜੀਵ ਵਿਗਿਆਨ ਬਾਰੇ, ਤੇ ਇਹਨੇ ਕਿਹਾ ਸਪੈਂਸਰ ਨੇ ਸਮਾਜ ਬਾਰੇ, ਬਿਕੋਜ਼ ਹੀ ਵਾਜ਼ ਅ ਸੋਸ਼ਲ ਥਿੰਕਰ। ਤਾਂ ਡਾਰਵਿਨ ਦਾ ਕਰਮ ਵਿਕਾਸ ਸਿਧਾਂਤ ਕੀ ਕਹਿੰਦਾ ਹੈ ਕਿ ਜੀਵ ਜਗਤ ਦੀ ਉਤਪਤੀ, ਜਿੰਨਾ ਵੀ ਜੀਵ ਜਗਤ ਹੈ ਉਹਦੀ ਹੁਣ ਡਾਰਵਿਨ ਕਹਿ ਰਿਹਾ, ਡਾਰਵਿਨ ਦਾ ਸਿਧਾਂਤ ਬਾਰੇ ਥੋੜਾ ਜਿਹਾ ਲਿਖਾਂਗੇ ਨਾ, ਕਿ ਡਾਰਵਿਨ ਦਾ ਕਰਮ ਵਿਕਾਸ ਕੀ ਕਹਿ ਰਿਹਾ ਕਿ ਜੀਵ ਜਗਤ ਦੀ ਉਤਪਤੀ ਅਤੇ ਵਿਕਾਸ ਜਿਹੜਾ ਹੈ ਕਿਵੇਂ ਹੁੰਦਾ, ਕਿਵੇਂ ਇੱਕ ਸੈੱਲ ਦਾ ਜੀਵਾਣੂ, ਅਮੀਬਾ ਜੀਵ ਵਿਗਿਆਨ ਦੇ ਵਿੱਚ ਵਿਕਾਸ ਵਿੱਚ ਯੋਗਦਾਨ ਪਾਉਂਦਾ। ਠੀਕ ਹੈ। ਇੱਕ ਸੈੱਲ ਤੋਂ ਬਣਦੇ ਆ। ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕਿੱਦਾਂ ਡਿਵੈਲਪ ਹੁੰਦੀਆਂ, ਸੈੱਲ ਤੋਂ ਅੰਗ ਬਣਦੇ ਆ, ਫਿਰ ਸਰੀਰ। ਠੀਕ ਹੈ। ਸੋ ਇਹ ਅਲੱਗ-ਅਲੱਗ ਕੰਮ ਕਰਦੇ ਨੇ। ਸੈੱਲ ਤੇ ਮਨੁੱਖ ਜੁੜੇ ਹੋਏ ਨੇ ਕਿਉਂਕਿ ਸੈੱਲਾਂ ਤੋਂ ਹੀ ਮਨੁੱਖ ਬਣਦਾ ਹੈ। ਸੰਸਾਰ ਵਿੱਚ ਕਈ ਪ੍ਰਕਾਰ ਦੇ ਜੀਵ ਜੰਤੂ ਨੇ, ਹਰੇਕ ਇੱਕ ਦੂਜੇ ਨਾਲ ਕੜੀ ਮਿਲਾ ਕੇ ਜਿਹੜਾ ਹੈ ਜੁੜੇ ਹੋਏ ਨੇ। ਹੁਣ ਦੇਖੋ ਹਰੇਕ ਹੀ ਜਿਹੜਾ ਜੀਵ ਹੈ, ਕੋਈ ਵੀ ਜੀਵ ਜੰਤੂ ਹੈ, ਇੱਕ ਦੂਜੇ ਤੇ ਡਿਪੈਂਡ ਹੈ। ਹੁਣ ਜੇ ਆਪਾਂ ਮੁਰਗੀ ਦੀ ਗੱਲ ਕਰੀਏ ਤਾਂ ਉਹ ਗਰਾਸ ਨੂੰ ਚੁਗਦੀ ਹੈ ਨਾ। ਜੇ ਆਪਾਂ ਹਿਰਨ ਦੀ ਗੱਲ ਕਰੀਏ ਉਹ ਵੀ ਗਰਾਸ ਖਾਂਦਾ ਹੈ। ਠੀਕ ਹੈ। ਹਿਰਨ ਨੂੰ ਕੌਣ ਖਾਂਦਾ ਹੈਗਾ, ਸ਼ੇਰ ਖਾਂਦਾ ਹੈ। ਤਾਂ ਇਹ ਸਾਰੀਆਂ ਭੋਜਨ ਲੜੀਆਂ ਵੀ ਮਤਲਬ ਇੱਕ ਦੂਸਰੇ ਤੇ ਡਿਪੈਂਡ ਹੋ ਕੇ ਜੀਵ ਜੰਤੂ ਜਿਹੜੇ ਨੇ, ਇਹ ਸਾਰੀਆਂ ਭੋਜਨ ਲੜੀਆਂ ਬਣੀਆਂ, ਤੇ ਇਹ ਜੀਵ ਜੰਤੂ ਵੀ ਇੱਕ ਦੂਜੇ ਤੇ ਡਿਪੈਂਡ ਹੈ। ਇੱਕ ਤੋਂ ਬਿਨਾਂ ਦੂਜਾ ਜੀਵ ਵੀ ਨਹੀਂ ਜਿਹੜਾ ਹੈਗਾ ਰਹਿ ਸਕਦਾ। ਤਾਂ ਇੱਕ ਚੇਨ ਬਣਾ ਕੇ ਕੰਮ ਕਰਦੇ ਨੇ। ਡਾਰਵਿਨ ਇਹ ਵੀ ਕਹਿੰਦਾ ਕਿ ਇਹ ਜੀਵ ਜਗਤ ਇੱਕੋ ਸਮੇਂ ਨਹੀਂ ਸਿਰਜਿਆ ਗਿਆ, ਵੱਖ-ਵੱਖ ਲੰਬੇ ਸਮੇਂ ਦੇ ਵਿੱਚ ਜਿਹੜਾ ਹੈ ਜੀਵਾਂ ਦੀ ਜੱਦੋ ਜਹਿਦ ਕਰਕੇ ਹੀ ਸਧਾਰਨ ਤੋਂ ਜਟਿਲੇ ਹੁੰਦਾ ਗਿਆ। ਪਹਿਲਾਂ ਦੇਖੋ ਆਦਿ ਮਾਨਵ ਦੀ ਅਗਰ ਤੁਸੀਂ ਗੂਗਲ ਤੋਂ ਫੋਟੋ ਦੇਖੋਗੇ ਤਾਂ ਜਿਹੜਾ ਹੈ ਉਹ ਆਦਿ ਮਾਨਵ ਦੇ ਬਹੁਤ ਸਾਰੇ ਬਾਲ ਸੀ, ਝੁਕਿਆ ਹੋਇਆ ਸੀ, ਥੋੜੀ ਜਿਹੀ ਪੂੰਛ ਵੀ ਸੀ। ਫਿਰ ਨਿਊ ਠੀਕ ਹੈ, ਜਦੋਂ ਉਸਦਾ ਡਿਵੈਲਪਮੈਂਟ ਹੁੰਦੀ ਗਈ, ਪੂੰਛ ਛੋਟੀ ਹੁੰਦੀ ਗਈ ਅਤੇ ਉਹ ਥੋੜਾ ਸਿੱਧਾ ਹੁੰਦਾ ਗਿਆ। ਪਹਿਲਾਂ ਕਿਸੇ ਬਿਲਕੁਲ ਬਾਂਦਰ ਵਾਂਗੂ ਝੁਕਿਆ ਹੋਇਆ ਸੀ, ਹੈ ਨਾ। ਤਾਂ ਹੁਣ ਵਾਲਾ ਦੇਖੋ ਮਨੁੱਖ ਕਿੱਦਾਂ ਦਾ ਤੇ ਨੈਕਸਟ ਜਨਰੇਸ਼ਨ ਕਿੱਦਾਂ ਦੀ ਹੋਏਗੀ। ਠੀਕ ਹੈ। ਤਾਂ ਲੰਬੇ ਸਮੇਂ ਦੇ ਵਿੱਚ ਜੀਵਾਂ ਦੀ ਜੱਦੋ ਜਹਿਦ, ਹਰੇਕ ਜੀਵ ਇੱਕ ਦੂਜੇ ਨਾਲ ਜੱਦੋ ਜਹਿਦ ਕਰਦਾ ਹੈ, ਡਿਵੈਲਪਡ ਹੁੰਦਾ, ਸਿੰਪਲ ਟੂ ਕੰਪਲੈਕਸ ਸੁਸਾਇਟੀ ਵੱਲ ਜਾਂਦਾ, ਸਿੰਪਲ ਟੂ ਕੰਪਲੈਕਸ ਨੇਚਰ ਦੇ ਵਿੱਚ ਜਾਂਦਾ। ਸਪੈਂਸਰ ਅਨੁਸਾਰ ਸਮਾਜ ਦਾ ਵੀ ਜਿਹੜਾ ਹੈ ਕਰਮ ਵਿਕਾਸ ਸਿਧਾਂਤ ਹੁੰਦਾ, ਸਮਾਜ ਵੀ ਕਰਮ ਵਿਕਾਸ ਦੇ ਸਿਧਾਂਤ ਦੇ ਉੱਤੇ ਚੱਲਦਾ, ਆਧਾਰ ਤੇ ਚੱਲਦਾ। ਹੁਣ ਆਪਾਂ ਪਿੱਛੇ ਡਾਰਵਿਨ ਕੀਤਾ ਨਾ, ਕਿ ਡਾਰਵਿਨ ਕਹਿੰਦਾ ਵੀ ਸੈੱਲ ਤੋਂ ਹੀ ਜਿਹੜਾ ਹੈਗਾ ਸਰੀਰ ਬਣਿਆ, ਸੈੱਲ ਤੋਂ ਹੀ ਮਨੁੱਖ ਬਣਿਆ, ਹਰੇਕ ਜੀਵ ਜੰਤੂ ਜਿਹੜਾ ਹੈ ਸੈੱਲ ਤੋਂ ਬਣਿਆ, ਸੈੱਲ ਤੋਂ ਹੀ ਅੱਗੇ ਅੰਗ ਬਣਦੇ ਨੇ, ਅਤੇ ਸਰੀਰ ਜਿਹੜਾ ਹੈ ਅੰਗਾਂ ਦੇ ਉੱਤੇ ਡਿਪੈਂਡ ਹੈ, ਤਾਂ ਹੀ ਅੰਗ ਕੰਮ ਕਰਦੇ ਨੇ। ਸਰੀਰ ਜਿਹੜਾ ਹੈ ਸਾਰੇ ਅੰਗਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਐਵੇਂ ਹੀ ਕਹਿੰਦਾ ਜੀਵ ਜੰਤੂ ਨੇ, ਇੱਕ ਜੀਵ ਜੰਤੂ ਦੂਜੇ ਤੇ ਡਿਪੈਂਡ ਹੈ, ਇੱਕ ਤੋਂ ਬਿਨਾਂ ਜਿਹੜਾ ਹੈ ਦੂਜਾ ਦੂਰ ਹੈ। ਐਦਾਂ ਹੀ ਸਪੈਂਸਰ ਕਹਿ ਰਹੇ ਕਿ ਕਰਮ ਵਿਕਾਸ ਆਧਾਰ ਤੇ ਹੀ ਸਮਾਜ ਚੱਲਦਾ ਹੈ। ਕਰਮ ਵਿਕਾਸ ਦਾ ਨਿਯਮ ਜਿਹੜਾ ਹੈ ਸਮਾਜ ਤੇ ਵੀ ਲਾਗੂ ਹੁੰਦਾ, ਜਿਵੇਂ ਡਾਰਵਿਨ ਦਾ ਜੀਵ ਵਿਗਿਆਨ ਤੇ ਉਹਨੇ ਲਾਗੂ ਕਰਵਾਇਆ, ਐਦਾਂ ਹੀ ਕਰਮ ਵਿਕਾਸ ਦਾ ਸਿਧਾਂਤ ਉਵੇਂ ਹੀ ਸਮਾਜ ਤੇ ਵੀ ਲਾਗੂ ਹੈ। ਸਮਾਜ ਦਾ ਵਿਕਾਸ ਇੱਕੋ ਸਮੇਂ ਨਹੀਂ ਹੋਇਆ, ਹੌਲੀ ਹੌਲੀ ਵਿਕਸਿਤ ਹੋਇਆ। ਜਿਹੜੀ ਹੁਣ ਵਾਲੀ ਸਾਡੀ ਸਟੇਜ ਹੈ, ਅਸੀਂ ਸਾਡੇ ਇੰਨੇ ਬਾਲ ਨਹੀਂ ਹੈਗੇ, ਹੈ ਨਾ, ਅਸੀਂ ਬਿਲਕੁਲ ਸਿੱਧੇ ਹਾਂ, ਬਹੁਤ ਸੋਹਣੇ ਆ। ਅਤੇ ਪਹਿਲਾਂ ਕੀ ਹੁੰਦੇ ਸੀ, ਬਾਲ ਬਹੁਤ ਜ਼ਿਆਦਾ ਹੁੰਦੇ ਸੀਗੇ ਆਦਿ ਮਾਨਵਾਂ ਦੇ, ਹੈ ਨਾ, ਅਤੇ ਉਹ ਨਿਊਡ ਘੁੰਮਦੇ ਸੀਗੇ, ਨੇਕਡ ਘੁੰਮਦੇ ਸੀਗੇ। ਹੌਲੀ ਹੌਲੀ ਜਿਹੜਾ ਹੈ ਉਹ ਕੱਚਾ ਭੋਜਨ ਖਾਂਦੇ ਸੀ। ਹੌਲੀ ਹੌਲੀ ਜਿਹੜਾ ਹੈਗਾ ਕਿ ਇਹ ਵਾਲੀ ਸਟੇਜ ਦੇ ਵਿੱਚ ਆਏ ਕਿ ਸਾਡੀਆਂ ਨੀਡਸ ਡਿਜ਼ਾਇਰਸ ਕਿੰਨੀਆਂ ਹੋ ਗਈਆਂ, ਅਤੇ ਅਸੀਂ ਆਪਣੇ ਨੂੰ ਸੋਹਣਾ ਬਣਾ ਕੇ ਰੱਖਦੇ ਹਾਂ। ਠੀਕ ਹੈ। ਪਹਿਲਾਂ ਵਾਲੇ ਮਨੁੱਖ ਨੂੰ ਇਹ ਨਹੀਂ ਸੀ ਪਤਾ। ਤਾਂ ਇਹ ਵਿਕਸਿਤ ਜਿਹੜਾ ਹੈ ਇਹ ਹੌਲੀ ਹੌਲੀ ਹੋਇਆ। ਤਾਂ ਸਪੈਂਸਰ ਅਨੁਸਾਰ ਜੋ ਆਧੁਨਿਕ ਸਮਾਜ ਹੈ ਉਹ 3 ਅਵਸਥਾਵਾਂ ਦੇ ਵਿੱਚੋਂ ਗੁਜ਼ਰਿਆ। ਆਦਮ ਅਵਸਥਾ ਹੋ ਗਈ, ਜਿਹੜੇ ਅਰਲੀ ਮੈਨ ਸੀ, ਫਿਰ ਉਹ ਜੰਗਲੀ ਅਵਸਥਾ 'ਚ ਆਇਆ। ਠੀਕ ਹੈ। ਫਿਰ ਉਹ ਹੰਟਰ ਗੈਦਰਰਜ਼ ਮੀਥ, ਫਿਰ ਉਦਯੋਗਿਕ ਇੰਡਸਟਰੀਲਾਈਜੇਸ਼ਨ ਵਾਲੀ ਸਟੇਜ 'ਚ ਆਇਆ। ਜੀਵ ਅਤੇ ਸਮਾਜ ਦੇ ਵਿਚਕਾਰ ਕਹਿੰਦਾ ਸਮਾਨਤਾ ਹੈ, ਇਸੇ ਆਧਾਰ ਦੇ ਉੱਤੇ ਸਮਾਜ ਦਾ ਕਰਮ ਵਿਕਾਸ ਵੀ ਟਿਕਿਆ ਹੋਇਆ। ਜਿਵੇਂ ਮਨੁੱਖੀ ਸਰੀਰ ਵੱਖ-ਵੱਖ ਅੰਗਾਂ ਤੋਂ ਬਣਿਆ, ਸਮਾਜ ਦੇ ਵੀ ਵੱਖ-ਵੱਖ ਅੰਗ ਹੁੰਦੇ ਨੇ। ਠੀਕ ਹੈ। ਤੇ ਡਾਰਵਿਨ ਦੇ ਸਿਧਾਂਤ ਨੂੰ ਬਿਲਕੁਲ ਪ੍ਰਤੀਪਾਦਿਤ ਕਰ ਰਿਹਾ, ਉਸ ਦੇ ਉੱਤੇ ਹੀ ਸਟਰਕ ਕਰ ਰਿਹਾ। ਕਹਿੰਦਾ ਵੀ ਜਿਵੇਂ ਕਹਿੰਦੇ ਮਨੁੱਖੀ ਸਰੀਰ ਜਿਹੜਾ ਵੱਖ-ਵੱਖ ਅੰਗਾਂ ਤੋਂ ਬਣਿਆ, ਸਾਡਾ ਸਮਾਜ ਵੀ ਬਣਿਆ, ਸਮਾਜ ਦੇ ਵੀ ਅਲੱਗ-ਅਲੱਗ ਅੰਗ ਨੇ, ਸਾਰੇ ਸਮਾਜ ਦੇ ਅੰਗ
अलग अलग काम करते हैं पर मिल के रहते हैं और इकट्ठे होकर एक समाज बनाते हैं। तो जीव के भी ਵੱਖ-ਵੱਖ अंग ने अलग अलग काम करते हैं। सेम टू सेम साडा समाज है, ਵੱਖ-ਵੱਖ पड़ाव असी एक पड़ाव तो दूजे पड़ाव तक, एक स्टेज तो दूजे स्टेज तक पहुंचे हाँ तो निश्चित दिशा के साडा विकास हो रहा है। ठीक है, सोशल डार्विनिज्म की सोशल एवोल्यूशनरी थ्योरी का ही ये हिस्सा है। तो मतलब सोशल उसकी डार्विन की थ्योरी के उत्ते ही सोशल एवोल्यूशनरी थ्योरी जी हैगी टिकी हुई है। ठीक है, तो कोई भी अगर नवी चीज़ तुसी लिखते हो तो उसको अंडरलाइन जरूर कराया करो, तो नाले जिहड़ा है पेजिंग 4-5 शीट्स भर के आउणियां ने। ठीक है, लॉन्ग क्वेश्चन ली। सो स्पेंसर अनुसार जिमें जिमें जीव विज्ञान दे विच जीव जिहड़े ने सिंपल स्टेज अनडिफरेंशिएशन अविभेदीकरण तो विकसित होकर कंपलैक्स और डिफरेंशिएशन वाल जाते। कहने का मतलब सिंपल तो कंपलैक्स वाल जाते हैं, अनडिफरेंशिएशन तो डिफरेंशिएशन वाल जाते हैं, तो हौली हौली सधारण तो जटिल अवस्था तक पहुँचते हैं, जिमें कि हुणे आपां पिछे हट के कह के हटियां। उस तो बाद स्पेंसर जिहड़ा है वो कहता कि जो जीव कुछ उन्हां च दोष हुंदे ने, वो सरवाइव नहीं कर सकते, प्रकृति के अनुसार अपने आप को ढाल नहीं सकते, तो प्रकृति उन्होंने की कहे अपने आप ही खत्म कर देंदी है, मारन लई चुन लैंदी है। प्रकृतिक नियमानुसार उन्होंने होंद की हो जाती है खत्म। मतलब जिहड़ा भी इत्थे सरवाइव कर रहा है उही इत्थे सरवाइव करेगा। मतलब जिहड़ा अडोप्ट कर लेगा आले दुआले का वातावरण तो उही सरवाइव करेगा। अदरवाइज जिस दोष होणगे, जिस जीव दे विच वो रह नहीं सकेगा, कोप नहीं कर पाएगा, तो नेचर जिहड़ी है उसनूं खत्म कर देगी। पर जिहड़े जिउंदे रहिंदे ने, जिहड़े अपने आप नूं सरवाइव कर लैंदे ने, वो वंशानुक्रम द्वारा अपनी संतान भी पैदा करते रहंदे हैं, मतलब रिप्रोडक्शन करते रहंदे हैं अते समाज विच अपना हिस्सा पाते रहंदे ने, अगे जिहड़ा है समाज नूं वधांदे रहंदे ने। तां एक्सप्लेनेशन ऑफ लॉ ऑफ एवोल्यूशन। ठीक है, तां एक्सप्लेन किवें कीता उसने अपने सिद्धांत नूं स्पेंसर ने। वो कहंदा कि संसार विच हरेक वस्तु जिहड़ी हैगी वो विशेष उसकी बनतर है। हरेक वस्तु अपने आप दे विच स्पैसीफिक है ते स्पैशल है। उन्हां अनुसार जिहड़ा है कहंदा भी जिहड़ियां भी वस्तुआं ने, हर वस्तु विशेष है ना, तो जिहड़ियां वस्तां ने उन्हां दे कारजां विच अभिन्नता तो भिन्नता, अनडिफरेंशिएशन तो डिफरेंशिएशन वाल, सरलता तो सिंपलनैस तो कंपलैक्सिटी वाल जाती है, सुजातता यानी कि होमोजीनियस सी असी पहला है ना, मैं हुणे गल करके हटी हाँ, तो हैट्रोजीनियस अनेक रूपता वाल असी जाते हैं। अगर तुहानूं पंजाबी बहुत ज़्यादा डिफिकल्ट लग रहा है तो तुसी विच विच इंग्लिश भी मेरे वांगू लिख सकते हो, कोई भी प्रॉब्लमैटिक चीज़ नहीं है। ठीक है, तो लॉ ऑफ एवोल्यूशन के होर भी महत्वपूर्ण कारक जिहड़े ने एक्सप्लेन किद्दां कीता इन्हां ने सिद्धांत नूं। इंस्टेबिलिटी ऑफ होमोजीनियस, हुण ये कह रहे हैं कि चीज़ां पहलां होमोजीनियस सीगियां, एक रूप दे विच सीगियां, साडे च जिहड़ा सीगा सारे सिमिलर सीगे। ठीक है, पर वो चीज़ इनस्टेबल सी, अस्थिर सी। हुण अगर एक होंदे तो हुण तक भी असी एक होंदे, तो कहण दा मतलब असी होमोजीनियस सीगे, बट हौली हौली जदों साडा स्टेजिस दे विच विकास होया ना, क्रम विकास, तो अनस्टेबिलिटी आ गई। हुण सारे असी की हो गए, हैट्रोजीनियस हो गए। ठीक है, असमरूप हो गए। तो स्पेंसर अनुसार किसी भी घटना की एकरूपता की स्थिति असल में अस्थिर संतुलन की स्थिति दे विच हुंदी है। इसका अर्थ कि कदे भी चीज़ां समरूप नहीं रहिंदियां। समरूप असी चीज़ां लैके आवांगे तो हौली हौली उन्हां च फर्क आना चालू हो जाएगा। यह भिन्न भिन्न तरह के वातावरण दे विच सिचुएशन दे विच बदलदियां रहिंदियां। तो कहण दा मतलब असी अगर होमोजीनियस हाँ तो ये इनस्टेबल चीज़ है, अस्थिर है, साडे अंदर जिहड़ा हैगा बदलाव आएगा। असी हैट्रोजीनियस मतलब अलग हो जाएंगे, असी असमरूप हो जाएंगे। ठीक है, पहला वाले संबंध भी कायम नहीं रहिंदे, जिवें ਵੱਖ-ਵੱਖ शक्तियां स्थितियां इते प्रभाव पैंदियां ने। तो मतलब पहला जिहड़े होमोजीनियस सोसाइटी सी, सारियां दियां नीड्स इक्को जिहियां सी, हौली हौली परिवर्तन आया, स्टेजिस जिहड़ियां ने डिवैलप होईयां, हौली हौली असी सुधरे हुए रूप दे विच आए, तो वो चीज़ की सी इनस्टेबल है। होमोजीनियसनैस जिहड़ी है इनस्टेबिलिटी की फॉर्म दे विच सी पहला। तो मल्टीपल्स ऑफ इफैक्ट्स, प्रभावां की बहुतात, तो प्रभाव बहुत ज़्यादा पैंदे ने। मल्टीपल जिहड़े साडे ने इफैक्ट पैंदे ने स्पेंसर अनुसार एक बार जदों विजातता, ठीक है, विजातता मतलब हैट्रोजीनियसनैस पैदा होनी स्टार्ट होती है, डिफरेंशिएशन आ जाती है, हैट्रोजीनियसनैस आ गई ना तो वह होर विभिन्नतावां नूं जन्म दिंदी है। एक बार डिफरेंस
डिफरेंशिएशन होनी स्टार्ट हो जाए, एक बार हैट्रोजीनियसनैस आनी स्टार्ट हो जाए तो वो बहुत सारी हैट्रोजीनियसनैस अते बहुत ज़्यादा डिफरेंशिएशन लैके होर भी आउंदी है। तो जिहड़ा प्रोसैस है ना, हुण सिंपल जिहड़ी सोसाइटी सी उहदे विच भी डिफरेंशिएशन आई बिकॉज बहुत सारिया स्टेजां दे विच जीव लंघिया। जदों उहदे विच डिफरेंशिएशन आ गई, जदों उहदे विच हैट्रोजीनियसनैस आ गई तो हौली 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 डिफरेंशिएशन ज़्यादा होगी, हैट्रोजीनियसनैस ज़्यादा होगी, अगे होर सोसाइटी दे विच हैट्रोजीनियसनैस आऊगी, लोक समरूप बिल्कुल भी नहीं रहणगे अते अलगपन अलगाव जिहड़ा है वो आंदा रहूगा। ठीक है। सैग्रीगेशन का मतलब हुणे जिहड़ी गल समझा के हटियां कि अलगपन, तो जदों कहंदे विभिन्नता हो गई, डिफरेंशिएशन वध गई, जटिलता कंपलैक्सनैस समाज दे विच आ गई, जीव च आ गई, तां जिहड़ी हैगी है सारे दे विच जिहड़ा है विशेषीकरण आना स्टार्ट होंदा है अते जिहड़ा है सैग्रेशन यानी कि अलगपन जिहड़ा है होना स्टार्ट हो जाता है। इक्विलिब्रेशन मतलब इक्वलनैस नहीं रहिंदी। स्पेंसर अनुसार हर वस्तु सरल तो जटिल वाल जाती है, क्योंकि जीव जिहड़ा है, जीव जिवें उन्हें डार्विन की गल की सी कि जिहड़ा भी जीव हैगा वो सिंपल सी पहला, फिर कंपलैक्स हुंदा गया, ऐदा ही समाज पहला सिंपल सी कंपलैक्स हुंदा गया। तो कोई भी चीज़ है पहला सरल होंदी है फिर जटिल होंदी है, पर इसकी कोई सीमा नहीं। वो क्वेश्चन करता है, बाद इसका आंसर दसदा है कि किसी वस्तु, मतलब वो कह रहा है, कहता किसी भी वस्तु जिहड़ी हैगी आ वो जटिलता वाल किसी हद तक ही जाती है, इसकी एक लिमिट होंदी है हद तक जाण दी। यह जिहड़ी है विकास की प्रक्रिया संतुलन प्राप्ति, मतलब जो बैलेंस हो जाता है उस वाल झुकी हुई है, मतलब कि लॉ ऑफ एवोल्यूशन दे विच बैलेंस हुंदा है कि ये अपनी पीक ते जिहड़ी हैगी है कंपलैक्स, जदों कंपलैक्सनैस आ जाती है ना, तो यह जिहड़ी है बैलेंस कर लैंदी है। हर चीज़ हर प्रपंच वातावरण नूं संतुलित करता है। अगर वो संतुलित नहीं करेगा, ठीक है, इन्वायरमेंट नूं अपने अनुसार नहीं करेगा, अपने आप नूं इन्वायरमेंट अनुसार नहीं करेगा, तो वो जिहड़ा है विघटन यानी कि खत्म हो जाएगा। डेजोल्यूशन तो खत्म, जो विनाशपन आ गया, तो स्पेंसर कह रहे हैं कि निरंतर तरक्की जिहड़ी है, विकास कदे भी निरंतर तरक्की नहीं है, विकास की सीमा हद होंदी है। ऐदा नहीं है कि विकास चलता जाएगा चलता जाएगा चलता जाएगा, इसकी भी एक लिमिट होंदी है। लिमिट के बाद जो लिमिट खत्म हो जाती है तो समाज का जे भी विनाश होंदा है। विकास की जिहड़ी प्रकृतिक होंदी है विकास की, ठीक है, प्रोग्रैस जिहड़ा है, डिवेलपमेंट जिहड़ा है, तो ये एक चक्करकार दे विच चलदा है। उपरोक्त तो स्पष्ट है कि स्पेंसर जिहड़ा है शुरू विच कहंदा है कि हर वस्तु जिहड़ी हैगी है बिल्कुल सिंपल सरल होंदी है, बाद दे विच जदों एक अंग दूजे नाल मिलदा है तो उन्होंने वक् करना संभव नहीं होंदा। हौली हौली जिहड़े विभिन्न अंग काम कर रहे हैं वो स्पष्ट हो जाते हैं भी साने आई चीज़ करनी है, स्वरूप उन्हों निश्चित हो जाता। अते इसे तरह कर्म विकास की प्रक्रिया जिहड़ी है निरंतर जारी रहने वाली प्रक्रिया हैगी है। कर्म विकास चलता रहता, हौली हौली जिहड़ी है असीं कंपलैक्सनैस वाल जाते रहते हैं। ਇਹਦੀ एक लिमिट होंदी है जिहड़ी कि एंड दे विच विनाश की उसके उत्ते जाती है। सो इस दौरान हर वस्तु कुछ ना कुछ परिवर्तन जिहड़ी है अपने अंदर लैके आउंदी है। ठीक है, होप तुहानूं वीडियो पसंद आया होएगा। अगे आपां जिहड़ी हैगी है एनालॉजी वाला क्वेश्चन करांगे। थैंक यू सो मच।